ਪਿਆਰੇ ਦੋਸਤੋ, ਅਸੀਂ ਅਕਸਰ ਚਰਚਾ ਕਰਦੇ ਹਾਂ ਕਿ ਜਿਹੜਾ ਇਹ ਯੁੱਗ ਹੈ, ਵਿਗਿਆਨ ਦਾ ਯੁੱਗ ਹੈ, ਤਕਨੀਕ ਦਾ ਯੁੱਗ ਹੈ, ਇੰਟਰਨੈਟ ਦਾ ਯੁੱਗ ਹੈ। ਤੇ ਅਸੀਂ ਅਕਸਰ ਇੰਟਰਨੈਟ ਤੇ ਭਾਸ਼ਾ ਦੇ ਹਵਾਲੇ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਕਿ ਇੰਟਰਨੈਟ ਤੇ ਜਿਹੜੀ ਪੰਜਾਬੀ ਭਾਸ਼ਾ ਦੀ ਸਥਿਤੀ ਹੈ ਉਹ ਕਿਸ ਕਿਸਮ ਦੀ ਹੈ, ਕਿਹੜੇ-ਕਿਹੜੇ ਜਿਹੜੇ ਗਿਆਨ ਦੇ ਸਰੋਤ ਬਹੁਤੇ ਵਰਤੇ ਜਾ ਰਹੇ ਨੇ, ਜਾਂ ਕਿਹੜੀਆਂ ਚੀਜ਼ਾਂ ਡਿਜੀਟਾਈਜ਼ ਕੀਤੀਆਂ ਜਾ ਰਹੀਆਂ ਨੇ। ਇਸੇ ਰੈਫਰੈਂਸ ਦੇ ਵਿੱਚ ਹੀ ਕੰਮ ਸਾਡੇ ਸਾਹਮਣੇ ਆਇਆ ਹੈਗਾ। ਉਹ ਕੀਤਾ ਡਾਕਟਰ ਸਟਾਲਨਜੀਤ ਸਿੰਘ ਨੇ। ਉਹਨਾਂ ਨੇ ਤਰਕਸ਼ੀਲ ਮੈਗਜ਼ੀਨ ਜਿਹੜਾ ਹੈਗਾ ਉਹ ਮਈ 1986 ਦੇ ਵਿੱਚ ਸ਼ੁਰੂ ਹੁੰਦਾ। ਉਸ ਅੰਕ ਤੋਂ ਲੈ ਕੇ 2007 ਤੱਕ ਜਿੰਨੇ ਵੀ ਅੰਕ ਸੀ ਉਹਨਾਂ ਨੇ ਸਾਰੇ ਉਹ ਡਿਜੀਟਾਈਜ਼ ਕਰਕੇ ਉਹ ਫ੍ਰੀਲੀ ਜਿਹੜੇ ਅਵੇਲੇਬਲ ਕਰਾਏ ਹੈਗੇ ਆ ਇੰਟਰਨੈਟ ਤੇ। ਤਾਂ ਉਹਨਾਂ ਦਾ ਕੰਮ ਕੀ ਹੈ, ਜਾਂ ਤਰਕਸ਼ੀਲ ਮੈਗਜ਼ੀਨ ਕਿਸ ਕਿਸਮ ਦਾ, ਤੇ ਹੋਰ ਕਿਹੜੇ-ਕਿਹੜੇ ਕੰਮਾਂ ਦੀਆਂ ਸੰਭਾਵਨਾਵਾਂ ਹੈਗੀਆਂ, ਉਹਨਾਂ ਬਾਰੇ ਅਸੀਂ ਜਾਣਾਂਗੇ ਡਾਕਟਰ ਇੰਦਰਵਾ ਬਰਾੜ ਤੋਂ। ਸਰ, ਤੁਹਾਡਾ ਸਵਾਗਤ ਹੈ ਜੀ। ਤੇ ਜਿਹੜਾ ਇਹ ਕੰਮ ਡਾਕਟਰ ਸਟਾਲਨਜੀਤ ਨੇ ਕੀਤਾ ਹੈ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਸਟਾਲਨਜੀਤ ਨੂੰ ਇਸ ਗੱਲ ਤੇ ਮੁਬਾਰਕਬਾਦ ਦਿੰਦਾ। ਉਹਦਾ ਇੱਕ ਕਾਰਨ ਇਹ ਹੈ ਕਿ ਨਿੱਜੀ ਤੌਰ ਤੇ ਮੈਨੂੰ ਦੋ ਗੱਲਾਂ ਦੀ ਖੁਸ਼ੀ ਆ। ਇੱਕ ਤਾਂ ਇਹ ਕਿ ਮੈਂ ਲੰਮਾ ਸਮਾਂ ਤਰਕਸ਼ੀਲ ਲਹਿਰ ਨਾਲ ਜੁੜਿਆ ਰਿਹਾ। ਤਰਕਸ਼ੀਲ ਦੇ ਇਸ ਮੈਗਜ਼ੀਨ ਨੂੰ, ਜਿਹਦਾ ਨਾਂ ਹੀ ਤਰਕਸ਼ੀਲ ਲਹਿਰ ਦਾ ਮੈਗਜ਼ੀਨ ਦਾ ਨਾਂ ਤਰਕਸ਼ੀਲ ਆ, ਇਸ ਨੂੰ ਸੰਪਾਦਿਤ ਕਰਦਾ ਰਿਹਾ, ਇਹਦਾ ਮੁੱਖ ਸੰਪਾਦਕ ਰਿਹਾ। ਤੇ ਮੈਨੂੰ ਬੜੀ ਇਹ ਖੁਸ਼ੀ ਆ ਕਿ ਸਾਰੇ ਦੇ ਸਾਰੇ ਜਿਹੜੇ ਅੰਕ ਨੇ ਉਹ ਹੁਣ ਡਿਜੀਟਲਾਈਜ਼ ਹੋ ਗਏ। ਦੂਜੀ ਖੁਸ਼ੀ ਮੈਨੂੰ ਇਸ ਗੱਲ ਦੀ ਆ ਕਿ ਸਟਾਲਨਜੀਤ ਨੇ ਮੇਰੇ ਕੋਲ ਹੀ PhD ਦਾ ਕੰਮ ਕੀਤਾ ਤੇ ਉਹਦਾ ਕੰਮ ਵੀ ਇੰਟਰਨੈਟ ਉੱਤੇ ਜਿਹੜੀ ਪੰਜਾਬੀ ਦੀ ਗਿਆਨ ਸਮੱਗਰੀ ਪ੍ਰਾਪਤ ਸੀ ਉਸ ਦਾ ਅਧਿਐਨ ਸੀ। ਤਾਂ ਉਸ ਨੇ, ਜਿਵੇਂ ਆਮ ਕਰਕੇ ਹੁੰਦਾ ਹੈ ਕਿ PhD ਤੋਂ ਬਾਅਦ ਕੰਮ ਛੱਡਿਆ ਨਹੀਂ, ਸਗੋਂ ਇਸ ਨੂੰ ਵਿਹਾਰਕ ਪੱਧਰ ਤੇ ਲਾਗੂ ਕਰਨ ਦਾ ਯਤਨ ਕੀਤਾ। ਇਹ ਕਾਫੀ ਮਿਹਨਤ ਵਾਲਾ ਕੰਮ ਸੀ ਕਿ ਇੱਕ ਪੰਨਾ ਜਿਹੜਾ ਉਹਨੂੰ ਸਕੈਨ ਕਰਨਾ, ਫਿਰ ਮੈਗਜ਼ੀਨ ਪਹਿਲਾਂ ਪ੍ਰਾਪਤ ਕਰਨੇ, ਫਿਰ ਇੱਕ ਪੰਨਾ ਸਕੈਨ ਕਰਨਾ, ਫਿਰ ਉਸ ਨੂੰ ਆਰਕਾਈਵ ਦੇ ਉੱਪਰ ਚੜਾਉਣਾ। ਇਹ ਉਹਦਾ ਇੱਕ ਵਧੀਆ ਉਪਰਾਲਾ। ਮੈਂ ਉਹਨੂੰ ਮੁਬਾਰਕਬਾਦ ਦਿੰਦਾ। ਇਹ ਖੁਸ਼ੀ ਸਾਂਝੀ ਕਰਨ ਵਾਲਾ ਮੌਕਾ ਹੈ ਤੇ ਇਹ ਖੁਸ਼ੀ ਵਾਲੀ ਗੱਲ ਹੈ ਜੀ। ਇਹਦੇ ਨਾਲ ਸਰ ਇਹ ਵੀ ਗੱਲ ਜੁੜੀ ਹੁੰਦੀ ਹੈ ਕਿ ਕੁਝ ਜਿਹੜੀਆਂ ਟੈਕਸਟ ਨੇ ਉਹ ਬਹੁਤ ਮਹੱਤਵਪੂਰਨ ਹੁੰਦੀਆਂ, ਜਿਨ੍ਹਾਂ ਨੂੰ ਸਮੇਂ ਦੇ ਨਾਲ ਜੇ ਸਾਂਭਿਆ ਜਾਵੇ ਤਾਂ ਉਹ ਬਹੁਤ ਚੰਗੀ ਗੱਲ ਹੁੰਦੀ ਹੈ, ਨਹੀਂ ਤਾਂ ਸਮੇਂ ਦੇ ਵਹਾਅ ਦੇ ਵਿੱਚ ਉਹ ਕਿਤੇ ਨਾ ਕਿਤੇ ਪਿੱਛੇ ਵੀ ਹੋ ਜਾਂਦੀਆਂ। ਤਰਕਸ਼ੀਲ ਮੈਗਜ਼ੀਨ ਦੀ ਕੀ ਖਾਸੀਅਤ ਹੈਗੀ ਆ, ਕਿ ਕੀ ਰੋਲ ਹੁਣ ਤੱਕ ਅਦਾ ਕੀਤਾ ਇਸ ਮੈਗਜ਼ੀਨ ਨੇ? ਦੇਖੋ, ਗੱਲ ਇਹ ਆ ਕਿ ਤਰਕਸ਼ੀਲ ਮੈਗਜ਼ੀਨ ਦੇ ਵਿੱਚ 4-5 ਚੀਜ਼ਾਂ ਬਹੁਤ ਵਧੀਆ ਪੇਸ਼ ਹੁੰਦੀਆਂ ਹਰ ਅੰਕ ਦੇ ਵਿੱਚ ਜੀ। ਇੱਕ ਤਾਂ ਇਹ ਕਿ ਜਿਹੜੀ ਤਰਕਸ਼ੀਲ ਜਾਂ ਰੈਸ਼ਨਲਿਸਟ ਫਿਲਾਸਫੀ ਆ, ਜਿਹੜੀ ਫਿਲਾਸਫੀਕਲ ਲੈਵਲ ਤੇ ਵਹਿਮਾਂ ਭਰਮਾਂ ਦਾ ਖੰਡਨ ਕਰਦੀ ਆ, ਜਿਹੜੇ ਝੂਠ, ਤੂਫਾਨ, ਜੋਤਸ਼ੀ, ਭੜਪੂੰਜੇ, ਬਾਬੇ ਫੈਲਾਉਂਦੇ ਆ, ਉਹਨਾਂ ਦਾ ਨਿਖੇਧ ਕਰਦੀ ਆ ਫਿਲਾਸਫੀਕਲ ਲੈਵਲ ਤੇ। ਉਹ ਲੇਖ ਛਪਦੇ ਆ ਜੀ। ਦੂਜੀ ਜਿਹੜੀ ਗੱਲ ਹੈਗੀ ਆ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਤਰ੍ਹਾਂ ਤਰ੍ਹਾਂ ਦੇ ਮਾਨਸਿਕ ਰੋਗਾਂ ਵਿੱਚ ਗ੍ਰਸੇ ਹੋਏ ਆ। ਉਹਨਾਂ ਦੀਆਂ ਮਾਨਸਿਕ ਗੁੰਝਲਾਂ ਕੀ ਨੇ, ਉਹਨਾਂ ਮਾਨਸਿਕ ਗੁੰਝਲਾਂ ਕਿਵੇਂ ਪੈਂਦੀਆਂ ਨੇ, ਉਹ ਕਿਸ ਤਰ੍ਹਾਂ ਮਾਨਸਿਕ ਰੋਗੀ ਬਣ ਜਾਂਦੇ ਆ, ਉਹਨਾਂ ਦੀਆਂ ਕੇਸ ਰਿਪੋਰਟਾਂ ਛਪਦੀਆਂ, ਉਹ ਵੀ ਬੜੀਆਂ ਮਹੱਤਵਪੂਰਨ ਆ। ਉਹਦੇ ਨਾਲ ਆਮ ਵਿਅਕਤੀ ਵੀ ਚੇਤਨ ਹੋ ਜਾਂਦਾ ਹੈ ਕਿ ਕਿਵੇਂ ਜਿਹੜੇ ਮਾਨਸਿਕ ਰੋਗ ਪੈਦਾ ਹੁੰਦੇ ਆ, ਕਿਵੇਂ ਇਹਨਾਂ ਦਾ ਹੱਲ ਹੋ ਸਕਦਾ। ਤੀਜੀ ਜਿਹੜੀ ਗੱਲ ਹੈਗੀ ਹੈ ਕਿ ਇਹ ਮੈਗਜ਼ੀਨ ਕੇਵਲ ਤਰਕਸ਼ੀਲ ਫਿਲਾਸਫੀ ਦਾ ਪ੍ਰਚਾਰ ਹੀ ਨਹੀਂ ਕਰਦਾ, ਸਗੋਂ ਵਿਗਿਆਨ ਦਾ ਪ੍ਰਚਾਰ ਕਰਦਾ ਹੈ। ਤੇ ਉਸ ਦੇ ਲਈ ਜਿਹੜੀਆਂ ਵਿਗਿਆਨਕ ਖੋਜਾਂ ਹੁੰਦੀਆਂ, ਨਵੀਆਂ ਤਕਨੀਕੀ ਖੋਜਾਂ ਹੁੰਦੀਆਂ, ਉਹਨਾਂ ਬਾਰੇ ਨਵੀਂ ਤੋਂ ਨਵੀਂ ਗੱਲ ਬਾਰੇ ਉਹਦੇ ਵਿੱਚ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਉਹਦੇ ਵਿੱਚ ਰੈਗੂਲਰ ਕਾਲਮ ਆ, ਜਿਵੇਂ ਹੱਡ ਬੀਤੀਆਂ, ਜਗ ਬੀਤੀਆਂ, ਕਿ ਵਿਅਕਤੀ ਦੇ ਨਾਲ ਜੋ ਬੀਤਦੀ ਉਹ ਆਪਦੀਆਂ ਉੱਥੇ ਅਨੁਭਵ ਸਾਂਝੇ ਕਰਦਾ ਹੈ ਤਾਂ ਦੂਸਰਿਆਂ ਬੰਦਿਆਂ ਵਿੱਚ ਉਤਸ਼ਾਹ ਜਾਗਦਾ, ਦੂਸਰੇ ਬੰਦੇ ਉਹ ਤੋਂ ਗਿਆਨ ਸੇਧ ਲੈਂਦੇ ਆ ਕਿ ਇਹ ਵਿਅਕਤੀ ਨਾਲ ਇਉਂ ਵਾਪਰੀ ਸੀ, ਮੇਰੇ ਨਾਲ ਵੀ ਇਉਂ ਵਾਪਰੀ ਹੋ ਸਕਦੀ ਹੈ, ਤਾਂ ਆਪਦੀ ਗੱਲ ਨੂੰ ਪੇਸ਼ ਕਰਦਾ। ਇਸ ਤੋਂ ਇਲਾਵਾ ਉਹਦੇ ਵਿੱਚ ਇੱਕ ਕਾਲਮ ਛਪਦਾ ਰਿਹਾ ਸ਼ੰਕਾ ਨਿਵਰਤੀ, ਜਿਹਦੇ ਵਿੱਚ ਪਾਠਕ ਆ ਜਿਹੜੇ ਉਹ ਆਪਦੀਆਂ ਪੁੱਛਾਂ ਪੁੱਛਦੇ ਨੇ। ਉਹ ਵਿਗਿਆਨ ਨਾਲ ਵੀ ਸੰਬੰਧਿਤ ਹੁੰਦੀਆਂ ਤੇ ਰੋਜ਼ ਦੀ ਜ਼ਿੰਦਗੀ ਨਾਲ ਵੀ ਸੰਬੰਧਿਤ ਹੁੰਦੀਆਂ, ਤੇ ਉਹਨਾਂ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਵਿਗਿਆਨਕ ਹੱਲ ਦੱਸਿਆ ਜਾਂਦਾ ਹੈ, ਵਿਗਿਆਨਕ ਉੱਤਰ ਦਿੱਤਾ ਜਾਂਦਾ ਹੈ। ਹੋਰ ਵੀ ਉਹਦੇ ਵਿੱਚ ਕਵਿਤਾਵਾਂ ਛਪਦੀਆਂ, ਕਹਾਣੀਆਂ ਛਪਦੀਆਂ, ਨਾਟਕ ਛਪਦੇ ਆ। ਤਾਂ ਇੱਕ ਤਰ੍ਹਾਂ ਨਾਲ ਉਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਵਿੱਚ ਵਿਗਿਆਨਕ ਚੇਤਨਾ ਦਾ ਪਸਾਰ ਕਰਨ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਜੀ।
ਸਰ ਆਪਾਂ ਜਦੋਂ ਗਿਆਨ ਪਰੰਪਰਾ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਵਾਰ-ਵਾਰ ਹੁੰਦੀ ਹੈ ਕਿ ਪਹਿਲਾਂ ਜਿਹੜਾ ਗਿਆਨ ਹੈ ਉਹ ਮੌਖਿਕ ਤੌਰ ਤੇ ਚੱਲਦਾ ਰਿਹਾ, ਫਿਰ ਲਿਖਤ ਸੈਂਟਰ ਦੇ ਵਿੱਚ ਆ ਗਈ, ਤੇ ਜਦ ਇੰਟਰਨੈਟ ਦਾ ਯੁੱਗ ਆਇਆ ਤਾਂ ਡਿਜੀਟਲ ਮੀਡੀਆ ਆ ਗਿਆ। ਹਰ ਜਿਹੜੀ ਸਮੱਗਰੀ ਹੈ, ਜੇ ਕਹਿ ਲਈਏ ਕਿ ਕਿਤਾਬਾਂ ਹੈਗੀਆਂ, ਉਹ ਤੁਹਾਡੇ ਕੋਲੇ ਜਿਹੜਾ ਤੁਹਾਡੇ ਘਰੇ ਅਵੇਲੇਬਲ ਹੋਣ ਲੱਗ ਗਈਆਂ। ਇਹ ਸਾਰੀ ਗਿਆਨ ਪਰੰਪਰਾ ਦੇ ਵਿੱਚ ਜਿਹੜਾ ਹੁਣ ਦਾ ਡਿਜੀਟਲ ਮੀਡੀਆ ਉਹ ਕਿਸ ਕਿਸਮ ਦੀ ਭੂਮਿਕਾ ਨਿਭਾ ਰਿਹਾ, ਤੁਹਾਨੂੰ ਕੀ ਲੱਗਦਾ? ਦੇਖੋ, ਇੱਕ ਗੱਲ ਹੈਗੀ ਆ ਕਿ ਅੱਜ ਕੱਲ ਕਿਹਾ ਜਾਂਦਾ ਹੈ ਕਿ ਹਰ ਗੱਲ ਦਾ ਤੁਹਾਨੂੰ ਉੱਤਰ ਆ ਜਿਹੜਾ ਉਹ ਇੰਟਰਨੈਟ ਤੋਂ ਮਿਲ ਜਾਂਦਾ ਹੈ ਜੀ। ਪਰ ਇੰਟਰਨੈਟ ਤੋਂ ਉੱਤਰ ਤਾਂ ਹੀ ਮਿਲਦਾ ਹੈ ਕਿ ਜੇ ਉਹਦੇ ਵਿੱਚ ਇੰਟਰਨੈਟ ਦੇ ਉੱਤੇ ਉਹ ਗਿਆਨ ਕਿਸੇ ਨੇ ਪਾਇਆ ਹੋਵੇ, ਕਿਸੇ ਨੇ ਚੜਾਇਆ ਹੋਵੇ। ਇਹ ਬੜੇ ਅਫਸੋਸ ਦੀ ਗੱਲ ਆ ਕਿ ਅੰਗਰੇਜ਼ੀ ਭਾਸ਼ਾ ਦੇ ਵਿੱਚ ਤਾਂ ਤੁਹਾਨੂੰ ਹਰ ਪ੍ਰਸ਼ਨ ਦਾ, ਹਰ ਵਿਸ਼ੇ ਤੇ, ਹਰ ਗੱਲ ਦਾ ਉੱਤਰ ਮਿਲ ਜਾਂਦਾ ਹੈ। ਪਰ ਪੰਜਾਬੀ ਦੇ ਵਿੱਚ ਕਿਉਂਕਿ ਇੰਨੀ ਵੱਡੀ ਪੱਧਰ ਤੇ ਹਾਲ ਦੀ ਘੜੀ ਜਿਹੜਾ ਮਟੀਰੀਅਲ ਆ, ਜਿਹੜੀ ਸਮੱਗਰੀ ਆ, ਉਹ ਹੀ ਗੁਰਮੁਖੀ ਲਿਪੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਮੌਜੂਦ ਨਹੀਂ ਹੈ। ਸਾਡੇ ਕੋਲੇ 2 ਜਾਂ 4 ਜਾਂ 6 ਕਹਿ ਸਕਦੇ ਆ ਮੁੱਖ ਗਿਆਨ ਸਰੋਤ ਹੀ ਹੈ। ਉਹਨਾਂ ਵਿੱਚੋਂ ਇੱਕ ਜਿਹੜਾ ਹੈਗਾ ਕਿ ਵਿਕੀਪੀਡੀਆ। ਵਿਕੀਪੀਡੀਆ ਜਿਹੜਾ ਉਹਦੇ ਵਿੱਚ ਪੰਜਾਬੀ ਦੇ ਵਿੱਚ ਜਾਂ ਗੁਰਮੁਖੀ ਲਿਪੀ ਦੇ ਵਿੱਚ ਵੀ ਅੰਦਰਾਜ ਮਿਲਦੇ ਆ, ਬਹੁਤ ਸਾਰੀ ਜਾਣਕਾਰੀ ਸਾਨੂੰ ਉੱਥੋਂ ਪ੍ਰਾਪਤ ਹੋ ਜਾਂਦੀ ਹੈ। ਪਰ ਅੰਗਰੇਜ਼ੀ ਦੇ ਮੁਕਾਬਲੇ ਜੇ ਅਸੀਂ ਕਹੀਏ ਤਾਂ ਉਹ ਬੜਾ ਨਿਗੂਣਾ ਹੈ। ਦੂਜਾ ਜਿਹੜਾ ਸਾਡੇ ਕੋਲ ਸਰੋਤ ਆ, ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਪੀਡੀਐਫ ਵਿਕਸਿਤ ਕੀਤਾ, ਉਹਦੇ ਵਿੱਚੋਂ ਵੀ ਸਾਨੂੰ ਬਹੁਤ ਸਾਰਾ ਗਿਆਨ ਮਿਲ ਜਾਂਦਾ ਜੀ। ਬਿਲਕੁਲ। ਪਰ ਉਹ ਗਿਆਨ ਵੀ ਉਹੀ ਆ ਕਿ ਜਿਹੜਾ ਗਿਆਨ ਕਿਸੇ ਨਾ ਕਿਸੇ ਰੂਪ ਵਿੱਚ ਪਹਿਲਾਂ ਕਿਤਾਬੀ ਰੂਪ ਦੇ ਵਿੱਚ ਪ੍ਰਾਪਤ ਸੀਗਾ। ਇਸ ਤੋਂ ਇਲਾਵਾ ਸਾਡੇ ਕੋਲੇ ਕੁਝ ਅਖਬਾਰ ਤੇ ਮੈਗਜ਼ੀਨ ਨੇ ਕਿ ਜਿਹੜੇ ਇੰਟਰਨੈਟ ਤੇ ਮੌਜੂਦ ਨੇ, ਪਰ ਜਿਹਨੂੰ ਕਹਿ ਸਕਦੇ ਆ ਕਿ ਜਿਹੜਾ ਸਾਡਾ ਪੁਰਾਣਾ ਗਿਆਨ ਆ ਉਹ ਸਾਰਾ ਨਹੀਂ ਆ। ਤਾਂ ਉਹਦੇ ਲਈ ਇਹ ਕਿ ਵੱਖ-ਵੱਖ ਜਿਹੜੇ ਰਿਲੀਜੀਅਸ ਸੈਕਟ ਨੇ, ਧਾਰਮਿਕ ਭਾਈਚਾਰੇ ਨੇ, ਉਹਨਾਂ ਨੇ ਵੀ ਇਸ ਪਾਸੇ ਕੋਸ਼ਿਸ਼ਾਂ ਕੀਤੀਆਂ ਕਿ ਆਪਣਾ ਗਿਆਨ ਪਾਇਆ। ਜਿਵੇਂ ਕਹਿ ਸਕਦੇ ਆ ਕਿ kitera.com ਆ, ਉਹਦੇ ਵਿੱਚ ਗੁਰਬਾਣੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਜੀ। ਇਸੇ ਤਰ੍ਹਾਂ ਜਿਹੜਾ ਇੱਕ ਵੱਡਾ ਕੰਮ ਕੀਤਾ ਕਿ ਜਿਹੜੇ ਮੈਗਜ਼ੀਨ ਨੇ, ਪੁਰਾਣੇ ਮੈਗਜ਼ੀਨ ਨੇ, ਉਹਨਾਂ ਦੀਆਂ ਫਾਈਲਾਂ ਬਣਾ ਕੇ ਇੰਟਰਨੈਟ ਤੇ ਚੜਾਉਣੀਆਂ। ਇਸ ਸੰਬੰਧ ਵਿੱਚ ਮੈਂ ਕਹਿੰਦਾ ਕਿ ਬਹੁਤ ਅੱਛਾ ਕੰਮ ਸੁਖਵੰਤ ਹੁੰਦਲ ਨੇ ਵੀ ਕੀਤਾ ਕਿ ਉਹਨਾਂ ਨੇ ਸਿਰਜਣਾ ਮੈਗਜ਼ੀਨ ਦੇ ਸਾਰੇ ਅੰਕ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਪਾ ਦਿੱਤੇ ਜੀ। ਤੇ ਇਸ ਪੱਖੋਂ ਸਟਾਲਨ ਜੀ ਦਾ ਵੀ ਕੰਮ ਵਧੀਆ ਹੈ ਕਿ ਉਹਨਾਂ ਨੇ ਸਾਰੇ ਜਿਹੜੇ ਤਰਕਸ਼ੀਲ ਮੈਗਜ਼ੀਨ ਆ ਉਹ ਪਾ ਦਿੱਤੇ। ਮੈਂ ਤਾਂ ਇਹ ਚਾਹੁੰਦਾ ਹੈ ਕਿ ਹੋਰ ਜਿਹੜੇ ਮੈਗਜ਼ੀਨ ਨੇ ਜਿਹੜੇ ਨਹੀਂ ਪਏ, ਉਹ ਵੀ ਉਹਨਾਂ ਸੰਸਥਾਵਾਂ ਨੂੰ ਜਾਂ ਉਸ ਮੈਗਜ਼ੀਨ ਨੂੰ ਪਿਆਰ ਕਰਨ ਵਾਲਿਆਂ ਨੂੰ ਪਾ ਦੇਣੇ ਚਾਹੀਦੇ। ਜਿਵੇਂ ਹੁਣ ਜਿਹੜੀ ਨਵੀਂ ਪੀੜ੍ਹੀ ਆ, ਉਹਨੇ ਸੁਣਿਆ ਹੈ ਕਿ ਕੋਈ ਪ੍ਰੀਤ ਲੜੀ ਹੁੰਦੀ ਸੀ, ਉਹਨਾਂ ਨੇ ਸੁਣਿਆ ਹੈ ਕਿ ਕੋਈ ਆਰਸੀ ਹੁੰਦੀ ਸੀ, ਕੋਈ ਨਾਗਮਣੀ ਹੁੰਦੀ ਸੀਗੀ, ਜਾਂ ਮੋਹਨ ਸਿੰਘ ਹੋਰੀ ਕੱਢਦੇ ਹੁੰਦੇ ਸੀਗੇ 5 ਦਰਿਆ। ਪਰ ਅੱਜ ਉਹਨਾਂ ਨੂੰ ਪੜ੍ਹਨ ਲਈ ਤੁਹਾਨੂੰ ਲਾਇਬ੍ਰੇਰੀਆਂ ਜਾਣਾ ਪੈਂਦਾ। ਪਰ ਹਰ ਲਾਇਬ੍ਰੇਰੀ ਦੇ ਵਿੱਚ ਹਰ ਮੈਗਜ਼ੀਨ ਮਿਲ ਜਾਵੇ ਤੇ ਉਹਦੀਆਂ ਪੁਰਾਣੀਆਂ ਫਾਈਲਾਂ ਬੱਚੀਆਂ ਹੋਣੀ ਵੀ ਜ਼ਰੂਰੀ ਨਹੀਂ। ਪਰ ਕਿਸੇ ਨਾ ਕਿਸੇ ਪਿਆਰੇ ਕੋਲ ਸਾਂਭੀਆਂ ਵੀ ਆ, ਉਹਨਾਂ ਅਦਾਰਿਆਂ ਕੋਲ ਸਾਂਭੀਆਂ ਵੀ ਆ। ਤੇ ਇਹ ਚੰਗੀ ਗੱਲ ਆ ਕਿ ਜੇ ਇਹ ਮੈਗਜ਼ੀਨ ਵੀ ਕੋਈ ਹਿੰਮਤ ਕਰਕੇ ਇੰਟਰਨੈਟ ਦੇ ਉੱਤੇ ਪਾ ਦੇਵੇ, ਇੰਟਰਨੈਟ ਤੇ ਚੜਾ ਦੇਵੇ, ਤਾਂ ਇਹਦੇ ਨਾਲ ਇੱਕ ਮੈਂ ਹੋਰ ਗੱਲ ਵੀ ਕਹਿਣੀ ਚਾਹੁੰਦਾ ਕਿ ਥੋੜੀ ਜਿਹੀ ਉਹ ਟੈਕਨੀਕਲ ਆ ਗੱਲ ਜੀ। ਉਹ ਇਹ ਕਿ ਆਮ ਕਰਕੇ ਜਦੋਂ ਮੈਗਜ਼ੀਨ ਪਾਏ ਜਾਂਦੇ ਆ ਤਾਂ ਉਹ ਪੀਡੀਐਫ ਫਾਈਲ ਦੇ ਰੂਪ ਵਿੱਚ ਪਾ ਦਿੱਤੇ ਜਾਂਦੇ ਆ। ਪੀਡੀਐਫ ਫਾਈਲ ਦੇ ਰਾਹੀਂ ਕੀ ਹੁੰਦਾ ਹੈ ਕਿ ਜਿਸ ਵਿਅਕਤੀ ਨੂੰ ਜਿਸ ਮੈਗਜ਼ੀਨ ਦੇ ਜਿਹੜੇ ਅੰਕ, ਜਿਹੜੇ ਸਾਲ ਦੇ ਵਿੱਚ ਦਿਲਚਸਪੀ ਆ, ਉਹਨੂੰ ਖੋਲ ਕੇ ਉਹ ਪੜ੍ਹ ਲੈਂਦਾ। ਪਰ ਉਹ ਆਮ ਸਰਚ ਦੇ ਵਿੱਚ ਨਹੀਂ ਆਉਂਦਾ ਜੀ। ਆਮ ਸਰਚ ਦੇ ਵਿੱਚ ਲਿਆਉਣ ਦੀ ਜ਼ਰੂਰਤ ਆ ਕਿ ਉਸ ਦੀ ਪੀਡੀਐਫ ਬਣਾਉਣ ਦੀ ਬਜਾਏ ਉਸ ਨੂੰ, ਜਿਹਨੂੰ ਕਹਿ ਸਕਦੇ ਆ ਕਿ ਸਕ੍ਰਿਪਟ ਕਰਕੇ ਉਸ ਨੂੰ ਵਰਡ ਫਾਈਲ ਦੇ ਰੂਪ ਵਿੱਚ ਚੜਾਇਆ ਜਾਏ, ਤਾਂ ਫਿਰ ਉਹ ਸਰਚ ਚ ਆਵੇਗਾ। ਇਸ ਕਰਕੇ ਮੈਂ ਸਮਝਦਾ ਕਿ ਇਹ ਇੱਕ ਪੜਾਅ ਹੈ ਕਿ ਚਲੋ ਸਾਂਭਿਆ ਜਾ ਰਿਹਾ ਕੰਮ। ਪੀਡੀਐਫ ਤੋਂ ਬਾਅਦ ਵਰਡ ਫਾਈਲ ਦੇ ਵਿੱਚ ਜਾਂ ਪੀਡੀਐਫ ਤੋਂ ਬਾਅਦ ਉਹਨੂੰ ਲਿਪੀ ਦੇ ਵਿੱਚ ਤਾਂ ਫਿਰ ਵੀ ਕਨਵਰਟ ਕੀਤਾ ਜਾਊਗਾ। ਪਰ ਪਹਿਲਾ ਪੜਾਅ ਇਹ ਮੁਕੰਮਲ ਹੋਇਆ, ਇਹ ਅੱਛੀ ਗੱਲ। ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਾਫੀ ਐਡਵਾਂਸ ਲੈਵਲ ਦੀ ਗੱਲ ਹੈ। ਹਾਲਾਂਕਿ ਸਰ ਜਿਹੜਾ ਵਿਕੀਪੀਡੀਆ ਦਾ ਪ੍ਰੋਜੈਕਟ ਹੈਗਾ, ਵਿਕੀ ਸੋਰਸ, ਖਾਸ ਕਰ ਉਹਨੂੰ ਜਿਹਨੂੰ ਪੰਜਾਬੀ 'ਚ ਕਹਿੰਦੇ ਵਿਕੀ ਸਰੋਤ, ਉੱਥੇ ਤਾਂ ਇਹ ਕੰਮ ਲਾਜ਼ਮੀ ਤੌਰ ਤੇ ਹੋ ਰਿਹਾ ਕਿ ਜਿੰਨੀਆਂ ਵੀ ਕਿਤਾਬਾਂ ਜਿਹੜੀਆਂ ਪਾਈਆਂ ਜਾਂਦੀਆਂ ਕਾਪੀਰਾਈਟ ਫ੍ਰੀ ਜਾਂ ਕਾਪੀਰਾਈਟ ਲੈ ਕੇ, ਉਹਨਾਂ ਦੀ ਜਿਹੜੀ ਟੈਕਸਟ ਆ ਉਹ ਤਿਆਰ ਕੀਤੀ ਜਾਂਦੀ ਹੈ। ਤੇ ਜਿਸ ਸੁਭਾਵਿਕ ਹੀ ਤੁਸੀਂ ਉਸ ਕਿਤਾਬ ਨੂੰ ਸਰਚ ਕਰੋਗੇ ਤਾਂ ਉਹ ਸਰਚ ਦੇ ਵਿੱਚ ਆ ਵੀ ਜਾਂਦੀ ਹੈ। ਪਰ ਉਸ ਤਰ੍ਹਾਂ ਦੇ ਪ੍ਰੋਜੈਕਟ ਬਹੁਤੇ ਨਹੀਂ ਹੋਏ, ਇਹ ਵੀ ਕੰਮ ਕਰਨ ਦੀ ਲੋੜ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹੁੰਦਾ ਸੀ ਕਿ ਜਦੋਂ ਨਾ ਬੰਦੇ ਸੋਚਦੇ ਆ ਕਿ ਜੀ ਸਾਡੀ ਕੋਈ ਚੀਜ਼ ਇੰਟਰਨੈਟ ਤੇ ਚੜਾਈ ਜਾਊਗੀ ਤਾਂ ਉਹ ਸਾਡੇ ਵੱਸ ਨਹੀਂ ਰਹੂਗੀ, ਜੇ ਸਾਡੇ ਹੱਥ ਨਹੀਂ ਰਹੂਗੀ ਤੇ ਸਾਨੂੰ ਕੀ ਫਾਇਦਾ ਲਿਖੀ ਦਾ,
ਤੇ ਇਹ ਜਿਹੜੀ ਬਹਿਸ ਹੈਗੀ ਆ ਉਹ ਵਿਕੀਪੀਡੀਆ ਨੇ ਵੀ ਛੇੜੀ ਸੀ ਕਿ ਜਿਹੜਾ ਗਿਆਨ ਆ ਉਹ ਫ੍ਰੀ ਹੋਣਾ ਚਾਹੀਦਾ, ਪੇਡ ਕਿਸਮ ਦਾ ਕੋਈ ਵੀ ਗਿਆਨ ਨਹੀਂ ਹੁੰਦਾ। ਤੇ ਇਹ ਜਿਹੜਾ ਇੱਕ ਸ਼ੰਕਾ ਜਾਂ ਕਹਿ ਲਈਏ ਕਿ ਇੱਕ ਮਨ ਦੇ ਵਿੱਚ ਗੱਲ ਬੈਠੀ ਹੋਈ ਹੈ ਕਿ ਉਹ ਜਿਹੜਾ ਉਸ ਪ੍ਰੋਸੈਸ ਦੇ ਰਾਹੀਂ ਪੇਡ ਤਰੀਕੇ ਜਾਂ ਕਹਿੰਦੇ ਕਿ ਇੱਕ ਅਧਿਕਾਰ ਸਾਡੇ ਕੋਲੇ ਹੋਵੇ, ਉਹ ਖੁੱਸਦਾ ਮਹਿਸੂਸ ਕਰਦੇ ਬੰਦੇ। ਤੁਹਾਡਾ ਕੀ ਰਾਏ ਇਹਦੇ ਬਾਰੇ? ਦੇਖੋ, ਇਸ ਬਾਰੇ ਇੱਕ ਗੱਲ ਤੇ ਹੈਗੀ ਆ ਕਿ ਪੰਜਾਬੀ ਦੇ ਵਿੱਚ ਵੈਸੇ ਵੀ ਪੰਜਾਬੀ ਲਿਖਤਾਂ ਤੋਂ ਕੋਈ ਬੰਦਾ ਬਹੁਤੇ ਪੈਸੇ ਕਮਾ ਨਹੀਂ ਸਕਿਆ ਜੀ, ਤੇ ਆਉਣ ਵਾਲੇ ਸਮੇਂ 'ਚ ਵੀ ਲੱਗਦਾ ਹੈ ਕਿ ਜਲਦੀ ਇੱਕ ਬਹੁਤੀ ਵੱਡੀ ਕਮਾਈ ਦਾ ਸਾਧਨ ਨਹੀਂ ਬਣੂਗਾ। ਉਲਟਾ ਜਿਹੜੇ ਬਹੁਤੇ ਸਾਹਿਤਕਾਰ ਆ ਉਹ ਤਾਂ ਪੱਲਿਓਂ ਪੈਸੇ ਖਰਚ ਕੇ ਕਿਤਾਬ ਛਪਾਉਂਦੇ ਆ ਤੇ ਫਿਰ ਉਹ ਵੰਡਦੇ ਆ। ਹੁਣ ਉਹ ਘੱਟ ਪੈਸਿਆਂ ਦੇ ਵਿੱਚ ਨੈਟ ਤੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ। ਦੂਜੀ ਜਿਹੜੀ ਗੱਲ ਹੈਗੀ ਆ ਕਿ ਕੁਝ ਬੰਦਿਆਂ ਨੂੰ ਲੱਗਦਾ ਹੈ ਕਿ ਅਸੀਂ ਇਹਦੇ ਤੋਂ ਕਮਾਈ ਕਰ ਸਕਦੇ ਹਾਂ। ਮੈਂ ਸਮਝਦਾ ਕਿ ਜਿਹੜੇ ਬੰਦੇ ਸਮਝਦੇ ਕਿ ਅਸੀਂ ਇਹਦੇ ਤੋਂ ਕਮਾਈ ਕਰ ਸਕਦੇ ਹਾਂ, ਉਹ ਵੀ ਨੈਟ ਦੇ ਉੱਤੇ ਜ਼ਰੂਰ ਆਉਣ, ਆ ਕੇ ਆਪਣੀ ਜਿਹੜੀ ਵੈਬਸਾਈਟ ਬਣਾਉਣ ਤੇ ਉਹਨੂੰ ਪੇਡ ਕਰ ਦੇਣ। ਇਹ ਹੋ ਸਕਦਾ ਨਾ ਕਿ ਇੰਟਰਨੈਟ ਦੇ ਉੱਤੇ ਸੁਵਿਧਾ ਹੈਗੀ ਆ ਕਿ ਤੁਸੀਂ ਜਿਹੜਾ ਉਹਦਾ ਕੁਝ ਪੋਰਸ਼ਨ ਆ ਉਹ ਪੜ੍ਹ ਸਕੋ। ਸਾਰੀ ਜੇ ਪੜ੍ਹਨੀ ਆ ਜਾਂ ਤੁਸੀਂ ਡਾਊਨਲੋਡ ਕਰਨੀ ਆ ਜਾਂ ਉਸ ਸਾਰੀ ਟੈਕਸਟ ਨੂੰ ਪੜ੍ਹਨਾ ਹੈ ਤੇ ਉਹਦੇ ਲਈ ਤੁਹਾਨੂੰ ਪੇਮੈਂਟ ਕਰਨੀ ਪਵੇ, ਤੇ ਉਹ ਇਸ ਕਿਸਮ ਦੇ ਆਪਦੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਬਹੁਤ ਕਮਾਈ ਕਰ ਸਕਦੇ ਹਾਂ ਉਹ ਕਰੇ। ਵੈਸੇ ਮੈਂ ਸਮਝਦਾ ਹਾਂ ਕਿ ਜਿਹੜੇ ਗਿਆਨ ਆ ਉਹਦੇ ਉੱਤੇ ਕਿਸੇ ਦਾ ਜਿਹਨੂੰ ਕਹਿ ਸਕਦੇ ਹਾਂ ਕਿ ਹਜ਼ਾਰੇਦਾਰੀ ਨਹੀਂ ਹੋਣੀ ਚਾਹੀਦੀ, ਪਰ ਮਜਬੂਰੀ ਇਹ ਆ ਕਿ ਸਾਡਾ ਭਾਈਚਾਰਾ ਛੋਟਾ ਹੈ ਤੇ ਬੰਦੇ ਦੋ ਹੀ ਚੀਜ਼ਾਂ ਲਈ ਕੰਮ ਕਰਦੇ ਆ, ਜਾਂ ਨਾਂ ਲਈ ਕੰਮ ਕਰਦੇ ਆ ਜਾਂ ਨਾਮ ਲਈ ਕੰਮ ਕਰਦੇ ਆ ਜੀ। ਹਾਲਤ ਇਹ ਹੈਗੀ ਆ ਕਿ ਜਿਹੜਾ ਸਭ ਤੋਂ ਵੱਡਾ ਸਰੋਤ ਹੈਗਾ ਆਪਣਾ ਵਿਕੀਪੀਡੀਆ, ਉਹ ਸਾਹਮਣੇ ਨਾ ਦਿੰਦਾ ਨਾ ਨਾਵਾ ਦਿੰਦਾ ਜੀ। ਤੇ ਉੱਥੇ ਸਾਰਾ ਜਿਹਨੂੰ ਕਹਿੰਦੇ ਆ ਕਿ ਜੇ ਅਸੀਂ ਇਹ ਕਹਿੰਦੇ ਆ ਕਿ ਅਸੀਂ ਬੜੇ ਦਾਨੀ ਆ, ਅਸੀਂ ਧਾਰਮਿਕ ਸੰਸਥਾਵਾਂ ਨੂੰ ਦਾਨ ਕਰਦੇ ਆ, ਅਸੀਂ ਲੰਗਰ ਲਾਉਣੇ ਆ, ਤੇ ਇਹ ਵੀ ਇੱਕ ਗਿਆਨ ਦਾ ਦਾਨ। ਇਹ ਗਿਆਨ ਦਾ ਦਾਨ ਕਰਨਾ ਚਾਹੀਦਾ। ਸਰ, ਕਿਤਾਬਾਂ ਦੇ ਨਾਲ ਨਾਲ ਮੈਨੂੰ ਇੱਕ ਗੱਲ ਹੋਰ ਚੇਤੇ ਆ ਰਹੀ। ਆਪਾਂ ਪਹਿਲਾਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਮੇਰੀ ਖੋਜ ਮੇਰੀ ਜ਼ਬਾਨੀ। ਬਹੁਤ ਸਾਰੀ ਖੋਜ ਜਿਹੜੀ ਯੂਨੀਵਰਸਿਟੀਆਂ 'ਚ ਹੁੰਦੀ ਹੈ ਤੇ ਯੂਨੀਵਰਸਿਟੀਆਂ ਦੇ ਥੀਸਾਂ ਦੇ ਵਿੱਚ ਬਾਈਂਡ ਹੋ ਕੇ ਲਾਇਬ੍ਰੇਰੀਆਂ ਤੱਕ ਰਹਿ ਜਾਂਦੀ ਹੈ। ਕੁਛ ਜਿਹੜੀ ਖੋਜ ਹੈਗੀ ਚਲੋ ਕਿਤਾਬਾਂ ਦੇ ਜ਼ਰੀਏ ਆ ਜਾਂਦੀ ਹੈ, ਜਾਂ ਕੁਝ ਵੈਬਸਾਈਟਸ ਹੈਗੀਆਂ ਜਿੱਥੇ ਉਹ ਥੀਸਿਸ ਮਿਲ ਜਾਂਦੇ, ਪਰ ਇੱਕ ਮੁਕੰਮਲ ਜਿਹੜਾ ਕੋਈ ਪੰਜਾਬੀ ਦਾ ਕੋਈ ਉਸ ਕਿਸਮ ਦਾ ਪ੍ਰੋਜੈਕਟ ਨਹੀਂ ਸਾਹਮਣੇ ਆ ਰਿਹਾ। ਉਹਦੇ ਬਾਰੇ ਤੁਹਾਡੀ ਕੀ ਰਾਏ ਆ, ਕੀ ਹੋਣਾ ਚਾਹੀਦਾ? ਦੇਖੋ, ਜਿੰਨੀ ਤੇਜ਼ੀ ਦੇ ਨਾਲ ਕੰਪਿਊਟਰ ਆਇਆ, ਫਿਰ ਇੰਟਰਨੈਟ ਵਧਿਆ, ਫਿਰ ਡਿਜੀਟਲ ਵਰਲਡ ਦਾ ਵਿਸਤਾਰ ਹੋਇਆ, ਫਿਰ ਵੈਬਸਾਈਟਸ ਬਣੀਆਂ, ਤੇ ਹੁਣ ਜਿੰਨੀ ਤੇਜ਼ੀ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸੀ ਮਸਨੂਈ ਬੁੱਧੀ ਆ ਰਹੀ ਆ, ਪੰਜਾਬੀ ਭਾਸ਼ਾ ਨੇ, ਪੰਜਾਬੀ ਦੀ ਗੁਰਮੁਖੀ ਲਿਪੀ ਨੇ ਜੇ ਵਿਕਾਸ ਕਰਨਾ ਤਾਂ ਲਾਜ਼ਮੀ ਤੌਰ ਤੇ ਸਾਨੂੰ ਜਿਹੜੇ ਆਪਣੇ ਹਾਸਲ ਸਰੋਤ ਆ ਉਹਨਾਂ ਨੂੰ ਡਿਜੀਟਲਾਈਜ਼ ਕਰਨਾ ਪਵੇਗਾ। ਜਿੰਨੀ ਜਲਦੀ ਕਰ ਲਵਾਂਗੇ ਡਿਜੀਟਲਾਈਜ਼, ਓਨਾ ਹੀ ਅਸੀਂ ਸੰਸਾਰ ਦੇ ਵਿੱਚ ਆਪਣੀ ਹੋਂਦ, ਹਸਤੀ, ਆਪਣਾ ਗੌਰਵ, ਆਪਣੀ ਵਿਰਾਸਤ ਨੂੰ ਜਿੰਦਾ ਰੱਖ ਸਕਾਂਗੇ। ਜੀ ਜੀ, ਬਿਲਕੁਲ। ਇਹਦੇ ਨਾਲ ਮੈਂ ਵੀ ਇੱਕ ਗੱਲ ਐਡ ਕਰਨਾ ਚਾਹੁੰਦਾ ਸੀ ਡਿਜੀਟਲਾਈਜ਼ ਬਾਰੇ, ਕਿ ਪਿੱਛੇ ਸਰ ਇੱਕ ਗੂਗਲ ਨੇ ਨਾ ਸਟੱਡੀ ਕੀਤੀ, ਉਹ ਸੀ ਕਿ ਅਲੱਗ-ਅਲੱਗ ਭਾਸ਼ਾਵਾਂ ਦਾ ਜਿਹੜਾ ਕੰਟੈਂਟ ਹੈਗਾ ਉਹ ਕਿੰਨਾ ਕੁ ਅਵੇਲੇਬਲ ਹੈਗਾ ਇੰਟਰਨੈਟ ਤੇ। ਉਹਨਾਂ ਦੀ ਸਟੱਡੀ 'ਚ ਇਹ ਸਾਹਮਣੇ ਆਇਆ ਸੀਗਾ ਕਿ ਹੁਣ ਭਾਰਤ ਦੀ ਜਿੰਨੀ ਪੋਪੂਲੇਸ਼ਨ ਹੈਗੀ ਉਹਦੇ ਵਿੱਚੋਂ ਜ਼ਿਆਦਾ ਪੋਪੂਲੇਸ਼ਨ ਉਹ ਆ ਜਿਹੜੀ ਆਪਣੀ ਰੀਜਨਲ ਭਾਸ਼ਾ ਦੇ ਵਿੱਚ ਕੰਟੈਂਟ ਪੜ੍ਹਨਾ ਪਸੰਦ ਕਰਦੀ ਹੈ ਤੇ ਡਿਮਾਂਡ ਕਰਦੀ ਹੈ ਕਿ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਸਮੱਗਰੀ ਮਿਲੇ, ਪੜ੍ਹਨ ਦੇ ਲਈ ਚੀਜ਼ਾਂ ਮਿਲੇ। ਉਹਦਾ ਕਾਰਨ ਇਹ ਸੀ ਕਿ ਪਿੱਛੇ ਜਦੋਂ 4G ਰੈਗੂਲੇਸ਼ਨ ਆਉਂਦੀ ਆ, ਸਮਾਰਟਫੋਨ ਦੀ ਰੈਗੂਲੇਸ਼ਨ ਕਿਸਮ ਦੀ ਆਉਂਦੀ ਆ, ਤੇ ਉਹ ਜਿਹੜੇ ਸਾਧਨ ਨੇ ਉਹ ਹਰ ਆਮ ਬੰਦੇ ਤੱਕ ਪਹੁੰਚੇ, ਤੇ ਜਿਹੜਾ ਕਿਤੇ ਅੱਖਰ ਗਿਆਨ ਤੋਂ ਵੀ ਕਹਿ ਲਈਏ ਕਿ ਸਿੱਖਿਅਤ ਨਹੀਂ ਹੈਗਾ, ਤੇ ਉਹ ਬੰਦੇ ਪੰਜਾਬੀ 'ਚ ਸੁਣਨਾ ਚਾਹੁੰਦੇ ਆ, ਪੰਜਾਬੀ 'ਚ ਪੜ੍ਹਨਾ ਚਾਹੁੰਦੇ ਆ। ਤੇ ਗੂਗਲ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਤੁਸੀਂ ਆਪਣਾ ਜਿਹੜਾ ਕੰਟੈਂਟ ਹੈਗਾ ਉਹ ਆਪਣੀ ਰੀਜਨਲ ਭਾਸ਼ਾ ਦੇ ਵਿੱਚ ਤਿਆਰ ਕਰੋ। ਇਹ ਗੱਲ ਵੀ ਚਲੋ ਭਾਸ਼ਾਵਾਂ ਦੇ ਹੱਕ ਦੇ ਵਿੱਚ ਭੁਗਤਦੀ ਹੈ। ਤਾਂ ਅਖੀਰ ਤੇ ਤਾਂ ਬਸ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਡਿਜੀਟਲ ਜਿਹੜਾ ਸੰਸਾਰ ਅਸੀਂ ਹੁਣ ਜਿਹਦੇ ਬਾਰੇ ਗੱਲ ਕਰਦੇ ਪਏ ਆ, ਤੁਸੀਂ ਜਿਹੜੇ ਵੀ ਬੰਦੇ ਸੁਣਦੇ ਪਏ ਆ ਉਹਨਾਂ ਨੂੰ ਇਹਦੇ ਬਾਰੇ ਕੀ ਆਪਣਾ ਟਿੱਪਣੀ ਦੇਣੀ ਚਾਹੁੰਦੇ, ਕੀ ਰਾਏ ਦੇਣੀ ਚਾਹੁੰਦੇ? ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਦੇਖੋ, ਜਿਹੜੇ ਚੰਗਾ ਕੰਮ ਆ ਉਹਦੀ ਪ੍ਰਸ਼ੰਸਾ ਕਰੋ, ਤੇ ਜਿਹੜਾ ਕਹਿ ਲਓ ਕਿ ਕਰਨ ਵਾਲਾ ਕੰਮ ਆ ਉਸ ਕਰਨ ਦੇ ਰਾਹ ਪਈਏ ਜੀ। ਇਹ ਜਿਹੜਾ ਸਟਾਲਿਨਜੀਤ ਨੇ ਕੰਮ ਕੀਤਾ ਹੈ, ਇਹ ਇੱਕ ਚੰਗਾ ਕੰਮ ਕੀਤਾ, ਵਧੀਆ ਕੰਮ ਕੀਤਾ ਹੈ। ਇਹਦੇ ਜਿਹੜੇ ਅਗਲੇ ਸਟੈਪ ਨੇ ਕਿ ਅਸੀਂ ਬਾਕੀ ਆਪਣੇ ਗਿਆਨ ਸਮੱਗਰੀ ਨੂੰ ਵੀ ਇੰਟਰਨੈਟ ਤੇ ਪੇਸ਼ ਕਰੀਏ, ਤੇ ਤਕਨੀਕ ਪੱਖੋਂ ਵੀ ਅਸੀਂ ਉਹਦੀ ਟੈਕਸਟ ਬਣਾ ਕੇ ਉਹਨੂੰ ਪੇਸ਼ ਕਰੀਏ PDF ਦੀ ਬਜਾਏ। ਤਾਂ ਇਸ ਨਾਲ ਸਾਡਾ ਹੋਰ ਜਿਹੜਾ ਗਿਆਨ ਦਾ ਦਾਇਰਾ ਹੈ
ਉਹ ਵਧੇਗਾ ਤੇ ਇਸ ਪਾਸੇ ਸਾਨੂੰ ਨਿਰੰਤਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਜੀ। ਤਾਂ ਸਟਾਲਨਜੀਤ ਨੂੰ ਬਹੁਤ ਬਹੁਤ ਮੁਬਾਰਕਾਂ। ਉਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਕੰਮ ਕੀਤੇ, ਪਹਿਲਾਂ ਵੀ ਬਹੁਤ ਸਾਰੀ ਕਿਤਾਬਾਂ ਨੂੰ ਰਜਿਸਟਰਾਈਜ਼ ਕਰਕੇ ਪਾਇਆ, ਪਰ ਇੱਕ ਸੰਸਥਾਗਤ ਤੌਰ ਤੇ ਜਾਂ ਕਹਿ ਲਈ ਕਿ ਇੱਕ ਇਕੱਠੀ ਲੜੀ ਨੂੰ, ਐਡੇ ਵੱਡੇ ਕੰਮ ਨੂੰ ਜਿਹੜਾ ਉਹ ਡਿਜੀਟਾਈਜ਼ ਕਰਨਾ, ਉਹ ਬਾਕੀ ਜਿਹੜਾ ਉਹ ਪ੍ਰਸ਼ੰਸਾਯੋਗ ਹੈ। ਉਮੀਦ ਹੈ ਕਿ ਉਹ ਆਪਣਾ ਕੰਮ ਅੱਗੇ ਵੀ ਜਾਰੀ ਰੱਖਣਗੇ, ਹੋਰ ਜਿਹੜੇ ਪ੍ਰੋਜੈਕਟ ਉਹਨਾਂ ਨੂੰ ਵੀ ਸਿਰੇ ਚੜਾਉਣਗੇ ਤੇ ਉਹਨਾਂ ਤੋਂ ਉਤਸ਼ਾਹਿਤ ਹੋ ਕੇ ਬਾਕੀ ਬੰਦੇ ਜਾਂ ਬਾਕੀ ਸੰਸਥਾਵਾਂ ਵੀ ਇਸ ਪਾਸੇ ਕੰਮ ਕਰਨਗੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੋਸਤੋ, ਫਿਰ ਮਿਲਦੇ ਹਾਂ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ, ਮਿਹਰਬਾਨੀ।